8 ਸਾਲ ਹੋ ਗਏ ਸੀ ਮੈਨੂੰ ਗੋਰੀ ਨਾ ਰਹਿੰਦਿਆਂ। ਮੈਨੂੰ ਇੱਕ ਦਿਨ ਮਹਿਸੂਸ ਨਹੀਂ ਹੋਇਆ ਕਿ ਪਾਕਿਸਤਾਨੀ ਜਨਾਨੀ ਹੈ ਜਾਂ ਗੋਰੀ ਹੈ। ਮੇਰੇ ਕੱਪੜੇ ਧੋਂਦੀ ਸੀ, ਇਸਤਰੀ ਕਰਦੀ ਸੀ, ਉਹ ਛੱਡ ਕੇ ਦੇਸੀ ਖਾਣੇ ਬਣਾਉਂਦੀ ਸੀ। ਜਵਾਨ ਕਹਿੰਦਾ ਮੈਂ ਜਿਸ ਵੇਲੇ ਕੰਮ ਤੋਂ ਆਉਂਦਾ ਅੱਗੇ ਉਹਨੇ ਆਂਡੀ ਬਣਾਈ ਹੁੰਦੀ ਸੀ, ਰੋਟੀਆਂ ਬਣਾਈ ਹੁੰਦੀਆਂ, ਮੇਰਾ ਇੰਤਜ਼ਾਰ ਕਰਦੀ ਹੁੰਦੀ ਸੀ ਵੀ ਉਹ ਵੀ ਸਾਰਾ ਕੁਝ ਉਹ ਹੀ ਖਾਂਦੀ ਸੀ ਜੋ ਕੋਈ ਮੈਂ ਖਾਂਦਾ ਆ। ਕਹਿੰਦਾ ਮੈਨੂੰ ਇੰਝ ਲੱਗਦਾ ਸੀ ਕਿ ਇਹ ਪਾਕਿਸਤਾਨਣੀ ਹੈ। 8 ਸਾਲਾਂ 'ਚ ਮੈਨੂੰ ਇਸ ਤਰ੍ਹਾਂ ਨਹੀਂ ਮਹਿਸੂਸ ਹੋਇਆ ਕਿ ਇਹ ਜਿਹੜੀ ਹੈ ਇੱਥੇ ਦੀ ਰਹਿਣ ਵਾਲੀ ਹੈ। ਜਵਾਨ ਕਹਿੰਦਾ ਮੈਂ ਕੰਮ ਤੇ ਸਾਂ, ਅਚਾਨਕ ਮੈਨੂੰ ਪਾਕਿਸਤਾਨ ਨੂੰ ਫੋਨ ਆਇਆ ਕਿ ਤੇਰੇ ਬਨੋਈ ਦਾ ਐਕਸੀਡੈਂਟ ਹੋਇਆ ਤੇ ਉਹ ਫੌਤ ਹੋ ਗਿਆ। ਕਹਿੰਦਾ ਮੈਂ ਰੋਣ ਲੱਗ ਪਿਆ, ਫਟਾਫਟ ਮੈਂ ਕੰਮ ਤੋਂ ਛੁੱਟੀ ਕੀਤੀ। ਕਹਿੰਦਾ ਮੈਂ ਜਿਸਲੇ ਘਰ ਪਹੁੰਚਿਆ ਤੇ ਅੱਗੇ ਉਹ ਕਾਰ ਹੀ ਸੀ। ਕਹਿੰਦਾ ਮੈਂ ਰੋਂਦਾ, ਮੈਂ ਮੈਨੂੰ ਪੁੱਛਦੀ ਹੈ ਕੀ ਹੋਈ, ਫਟਾਫਟ ਮੈਨੂੰ ਕਲਾਵਾ ਮਾਰ ਲਿਆ। ਮੈਂ ਦੱਸਿਆ ਕਿ ਇਸ ਤਰ੍ਹਾਂ ਜਿਹੜਾ ਮੇਰਾ ਬਨੋਈ ਫੌਤ ਹੋ ਗਿਆ, ਉਹਦੇ 4 ਬੱਚੇ ਨੇ, ਬਹੁਤ ਜ਼ਿਆਦਾ ਉਹ ਗਰੀਬ ਨੇ। ਕਹਿੰਦਾ ਮੈਨੂੰ ਹੌਸਲਾ ਦੇਣ ਲੱਗ ਪਈ। ਮੈਂ ਉਹਨੂੰ ਆਖਿਆ ਕਿ ਨਹੀਂ ਮੈਂ ਪਾਕਿਸਤਾਨ ਜਾਣਾ ਚਾਹਨਾ। ਉਹ ਆਂਦੀ ਹੈ ਠੀਕ ਹੈ ਤੂੰ ਲਗਾ ਜਾ। ਕਹਿੰਦਾ ਟਿਕਟ ਕਰਾਉਣ ਵਾਸਤੇ ਗਈ, ਨਾਲ ਆਪਣੀ ਵੀ ਟਿਕਟ ਕਰਾ ਕੇ ਆ ਗਈ। ਮੈਨੂੰ ਕਹਿੰਦੀ ਹੈ ਕਿ ਮੈਂ ਆਪਣੀ ਵੀ ਟਿਕਟ ਤੇਰੇ ਨਾਲ ਕਰਾ ਲਈ ਹੈ, ਮੈਂ ਤੇਰੇ ਨਾਲ ਜਾ ਕੇ ਉੱਥੇ ਸ਼ਰੀਕ ਹੋਣਾ ਚਾਹਨੀ ਹੈ। ਕਹਿੰਦਾ ਮੈਂ ਕਿਹਾ ਤੂੰ ਉੱਥੇ ਜਾ ਕੇ ਕੀ ਕਰਾਂਗੀ, ਉੱਥੇ ਹਰ ਬੰਦਾ ਰੋਣ ਲੱਗਿਆ। ਉਹ ਕਹਿੰਦੀ ਹੈ ਰਹੀ ਹੈ ਮੈਂ ਤੇਰੇ ਨਾਲ ਜਾਣਾ। ਕਹਿੰਦਾ ਬਹਰਹਾਲ ਉਹਨੇ ਪੈਂਟ ਸ਼ਰਟ ਆਪਣੀ ਪਾਈ, ਜਿਹੜਾ ਇੱਥੇ ਦਾ ਕਲਚਰ ਹੈ। ਕਹਿੰਦਾ ਤੂੰ ਜਹਾਜ਼ ਲਿਆ ਤੇ ਉੱਥੇ ਪਾਕਿਸਤਾਨ ਪਹੁੰਚ ਗਏ। ਕਹਿੰਦਾ ਜੂੰ ਹੀ ਆਪਣੇ ਘਰ ਜਾ ਕੇ ਵੜਿਆ ਗਿਆ, ਮੇਰੀ ਕਾਰ ਹੀ ਸੀ। ਕਹਿੰਦਾ ਮੈਨੂੰ ਗਲੇ ਲਾ ਕੇ ਰੋਣ ਲੱਗ ਪਏ। ਅੱਗੂ ਅੱਬਾ ਵੀ ਮੇਰੇ ਨਾਲ ਗਲੇ ਲਾ ਕੇ ਰੋਣ ਲੱਗ ਪਏ ਤੇ ਕਹਿੰਦਾ ਇਹ ਵੀ ਅੱਬੇਰਾਂ ਦੇ ਗਲੇ ਵੀ ਲੱਗੀ, ਅੰਮਾਰਾਂ ਦੇ ਗਲੇ ਵੀ ਲੱਗੀ। ਕਹਿੰਦਾ ਸਾਰੇ ਆਂਢੀ ਗੁਆਂਢੀ ਵੀ ਆ ਕੇ ਤੱਕਣ ਲੱਗ ਪਏ। ਪੈਂਟ ਸ਼ਰਟ ਉਹਨੇ ਪਾਈ ਸੀ। ਕਹਿੰਦਾ ਬਿਲਕੁਲ ਜਿਹੜਾ ਸੀਰੀਅਸ ਹੋ ਕੇ ਦੁਖੀ ਹੋ ਕੇ ਰੋਣ ਲੱਗੀ ਸੀ। ਕਹਿੰਦਾ ਫਿਰ ਇਹਨੂੰ ਪਾਣੀ ਛਾਣੀ ਦਿੱਤੀ ਉਹਨੇ, ਇਹਨੂੰ ਬਿਠਾਈ ਉਹਨੇ। ਕਹਿੰਦਾ ਮੈਂ ਕਿਹਾ ਅੰਮੀ ਜੀ ਚਲੋ ਉਹਨਾਂ ਦੇ ਘਰ ਚਲੀਏ। ਕਹਿੰਦੇ ਇਹ ਕਹਿੰਦੀ ਹੈ ਕਿ ਮੰਮੀ ਤੁਹਾਡੇ ਨਾਲ ਜਾਣਾ ਕਿਉਂਕਿ ਮੈਂ ਤੇਰੇ ਨਾਲ ਜਾ ਕੇ ਸ਼ਰੀਕ ਹੋਣਾ ਚਾਹੁੰਦੀ ਹਾਂ ਤੇਰੀ ਭੈਣ ਦੇ ਦੁੱਖ। ਕਹਿੰਦਾ ਮੈਂ ਕਿਹਾ ਨਹੀਂ ਤੂੰ ਇੱਥੇ ਹੀ ਰਹਿ, ਅਸੀਂ ਹੋ ਕੇ ਆ ਜਾਣਾ। ਕਹਿੰਦੀ ਨਹੀਂ ਨਹੀਂ ਮੈਂ ਤੇਰੇ ਨਾਲ ਹੀ ਜਾਣਾ। ਕਹਿੰਦਾ ਉਹਨੇ ਜ਼ਿੱਦ ਕੀਤੀ ਤੇ ਅੰਮਾ ਕਹਿੰਦੇ ਚੱਲ ਸਹੀ ਹੈ ਪੁੱਤਰ ਇਹਨੂੰ ਵੀ ਨਾਲ ਲੈ ਲੈ। ਕਹਿੰਦਾ ਇਹਨੂੰ ਲੈ ਕੇ ਜਿਸ ਵੇਲੇ ਉੱਥੇ ਪਹੁੰਚਿਆ ਹਰ ਬੰਦਾ ਸਾਡੇ ਨਾਲ ਗਲੇ ਲਾ ਕੇ ਰੋਣ ਲੱਗ ਪਿਆ। ਮੇਰੀ ਭੈਣ ਜਿਹੜੀ ਆ ਬਹੁਤ ਜ਼ਿਆਦਾ ਰੋਂਦੀ ਸੀ ਪਈ। ਕਹਿੰਦਾ ਇਹ ਵੀ ਜਾ ਕੇ ਉਹਨਾਂ ਦੇ ਗਲੇ ਲਾ ਕੇ ਤੇ ਉਸੇ ਤਰ੍ਹਾਂ ਰੋਣ ਲੱਗ ਪਈ। ਬਹੁਤ ਜ਼ਿਆਦਾ ਸੂਈ ਘੁੱਟ ਹੋ ਗਈ। ਕਹਿੰਦਾ ਉੱਥੇ ਉਹਦੀ ਸੱਸ ਦੇ ਔਰ ਉਹਦੀਆਂ ਭੈਣਾਂ ਦੇ ਕਹਿੰਦਾ ਸਾਰਿਆਂ ਨਾਲ ਗਲੇ ਲਾ ਕੇ ਰੋਣ ਲੱਗ ਪਈ। ਕਹਿੰਦਾ ਮੈਂ ਬਹੁਤ ਜ਼ਿਆਦਾ ਰੋਣ ਲੱਗਿਆ ਸੀ ਤੇ ਮੈਨੂੰ ਕਲਾਵੇ ਮਾਰ ਕੇ ਨਾਲ ਮੇਰੇ ਮੱਥੇ ਤੇ ਪਿਆਰ ਦੇ ਕੇ ਮੇਰੀ ਕੰਧ ਤੇ ਹੱਥ ਮਾਰੇ ਕਿ ਹੌਸਲਾ ਕਰ। ਕਹਿੰਦਾ ਲੇਕਿਨ ਮੈਂ ਰੋਈ ਜਾਂਦਾ ਸੀ। ਕਹਿੰਦਾ ਬੰਦੇ ਸਾਰੇ ਉੱਥੇ ਤੱਕਦੇ ਸੀ ਪਏ, ਜਨਾਨੀਆਂ ਵੀ ਤੱਕਦੀਆਂ ਸੀ, ਨਿੱਕੇ ਨਿੱਕੇ ਅੱਗੇ ਹੋਏ ਸੀ ਕਿ ਇਹ ਕੀ ਪੀ ਕਰਦੀ ਹੈ। ਕਹਿੰਦਾ ਇਤਨੀ ਦੇਰ ਨੂੰ ਉਹਦੀ ਸੱਸ ਨੇ ਮੈਨੂੰ ਬੁਲਾਇਆ ਕਿ ਇੱਧਰ ਆ ਮੇਰੀ ਗੱਲ ਸੁਣ। ਕਹਿੰਦਾ ਮੈਂ ਜਿਸ ਵੇਲੇ ਜਾ ਕੇ ਗੱਲ ਸੁਣਨੇ ਕਿਹਾ ਪੁੱਤਰ ਹੈ ਤੂੰ ਕਿਹੜਾ ਕੰਮ ਕੀਤਾ, ਇਹਨੂੰ ਕਿਉਂ ਤੂੰ ਇੱਥੇ ਨਾਲ ਲਿਆਂਦਾ, ਇੱਥੇ ਕਿਹੜਾ ਕੋਈ ਸ਼ਾਦੀ ਵਾਲਾ ਘਰ ਹੈ ਤੇ ਫੋਤਕੀ ਵਾਲਾ ਘਰ ਹੈ। ਉਹਨੇ ਆਖਿਆ ਹਾਲਾ ਜੀ ਇਹ ਆਂਦੀ ਹੈ ਕਿ ਮੈਂ ਵੀ ਜਾ ਕੇ ਸ਼ਰੀਕ ਹੋਣਾ, ਇਸ ਵਾਸਤੇ ਇਹਨੂੰ ਮੈਂ ਨਾਲ ਲੈ ਕੇ। ਉਹਨੇ ਆਖਿਆ ਪੁੱਤਰ ਤੂੰ ਦੇਖਦਾ ਨਹੀਂ ਪਿਆ ਕੋਈ ਬੰਦਾ ਵੀ ਇੱਥੇ ਰੋ ਨਹੀਂ ਰਿਹਾ, ਸਿਰਫ ਇਹਦੇ ਵੱਲ ਤੱਕ ਰਿਹਾ ਜਿਹੜੇ ਇਹਦੇ ਤਮਾਸ਼ੇ ਨੇ, ਨਾਲੇ ਤੈਨੂੰ ਕਲਾਵੇ ਵੀ ਮਾਰਦੀ ਹੈ। ਇਸ ਤਰ੍ਹਾਂ ਦਾ ਸਾਨੂੰ ਕਲਚਰ ਨਹੀਂ ਚਾਹੀਦਾ। ਪੁੱਤਰ ਤੂੰ ਇੰਜ ਕਰ ਇਹਨੂੰ ਜਿਹੜਾ ਆਪਣੇ ਘਰ ਜਾ ਕੇ ਛੱਡ ਕੇ ਆ। ਕਹਿੰਦਾ ਮੈਂ ਕਿਹਾ ਹਾਲਾ ਜੀ ਮੈਨੂੰ ਸਮਝਾ ਦੇਣਾ ਤੇ ਚਲੋ ਹੁਣ ਨਹੀਂ ਕਰਨ। ਨਹੀਂ ਪੁੱਤਰ ਤੂੰ ਜਾ ਕੇ ਇਹਨੂੰ ਛੱਡ ਕੇ ਆ। ਕਹਿੰਦਾ ਫਿਰ ਮੈਨੂੰ ਆਖਿਆ ਚਲਾ ਉੱਠ ਚਲੀਏ। ਕਹਿੰਦੀ ਹੈ ਕਿੱਥੇ। ਮੈਂ ਕਿਹਾ ਚੱਲ ਮੈਂ ਤੈਨੂੰ ਆਪਣੇ ਘਰ ਛੱਡ ਕੇ ਆਵਾਂ। ਕਹਿੰਦੇ ਕਿਉਂ ਕੀ ਹੋਇਆ। ਕਹਿੰਦਾ ਮੈਂ ਤੈਨੂੰ ਦੱਸਣਾ ਚੱਲ ਬਾਹਰ। ਕਹਿੰਦਾ ਬਾਹਰ ਜਾ ਕੇ ਉਹਨੂੰ ਮੈਂ ਦੱਸਿਆ ਕਿ ਇੱਥੇ ਸਾਡਾ ਇਹ ਕਲਚਰ ਨਹੀਂ ਹੈ, ਤੂੰ ਜਿਹੜਾ ਮੈਨੂੰ ਕਲਾਵੇ ਮਾਰਨ ਲੱਗੀ ਹੈ, ਨਾਲੇ ਜਿਹੜੀ ਤੂੰ ਪੈਂਟ ਸ਼ਰਟ ਪਾਈ ਹੈ ਨਾ ਇਹ ਲੋਕ ਇੱਥੇ ਮਹਿਸੂਸ ਕਰਦੇ ਨੇ। ਇਸ ਵਾਸਤੇ ਉਹਨਾਂ ਆਖਿਆ ਸਾਰੇ ਲੋਕ ਤੇਰੇ ਵੱਲ ਦੇਖਦੇ ਨੇ ਪਏ, ਤੂੰ ਇੰਝ ਚੱਲ ਉੱਥੇ ਘਰ ਜਾ ਕੇ ਰਹਿ। ਕਹਿੰਦਾ ਮੈਂ ਇਹਨੂੰ ਫੜਿਆ। ਕਹਿੰਦੀ ਹੈ ਕਿਉਂ ਤੂੰ ਮੈਨੂੰ ਦੱਸਣਾ ਸੀ ਮੈਂ ਆਪਣੀ ਐਡਰੈਸ ਚੇਂਜ ਕਰ ਲਵਾਂ, ਜਿਸ ਤਰ੍ਹਾਂ ਤੂੰ ਆਖਣਾ ਸੀ ਮੈਂ ਉਂਝ ਕਰ ਲੈਣਾ ਸੀ। ਕਹਿੰਦਾ ਪਰ ਮੈਂ ਕਿਹਾ ਚੱਲ ਸਹੀ ਹੈ ਕੋਈ ਨਹੀਂ ਮਸਲਾ। ਕਹਿੰਦਾ ਅੱਗੋਂ ਕੁੱਲ ਸੀ, ਅਸਾਂ ਕੁੱਲ ਤੇ ਜਾਣਾ ਸੀ। ਅਮੀਰ ਵੀ ਸੁਬਾਹ ਤਿਆਰ ਹੋਏ ਸੀ, ਮੈਂ ਵੀ ਤਿਆਰ ਹੈ, ਚਲੋ ਜੀ ਕੁੱਲ ਤੇ ਚਲੀਏ। ਕਹਿੰਦੀ ਹੈ ਕਿ ਕਿੱਧਰ ਚੱਲਿਓ। ਮੈਂ ਦੱਸਿਆ ਕਿ ਇਸ ਤਰ੍ਹਾਂ ਆਪਣੀ ਭੈਣ ਦੇ ਘਰ ਚੱਲੇ ਆ, ਉੱਥੇ ਜਾ ਕੇ ਜਿਹੜਾ ਨਾ ਅਸੀਂ ਕੋਈ ਪੜ੍ਹ ਕੇ ਆਉਣਾ, ਕੋਈ ਦੁਆਸ਼ਾ ਮੰਗ ਕੇ ਆਵੀ ਦੀ ਤੇ ਮੈਂ ਵਾਪਸ ਆ। ਕਹਿੰਦੀ ਨਹੀਂ ਮੈਂ ਤੇਰੇ ਨਾਲ ਜਾਣਾ, ਤੂੰ ਦੱਸ ਮੈਂ ਕਿਸ ਤਰ੍ਹਾਂ ਜਾਣਾ। ਕਹਿੰਦਾ ਮੈਂ ਕਿਹਾ ਤੂੰ ਇੱਥੇ ਘਰ ਹੀ ਰਹਿ, ਅੱਗੇ ਤੈਨੂੰ ਪਤਾ ਕੱਲ ਕੀ ਮਸਲਾ ਬਣਾਉਂਦੀ। ਨਹੀਂ ਮੈਂ ਤੇਰੇ ਨਾਲ ਜਾਣਾ। ਕਹਿੰਦਾ ਫਿਰ ਉਹ ਜ਼ਿੱਦ ਕਰਨ ਲੱਗ ਪਈ। ਕਹਿੰਦਾ ਅਮੀਰ ਕਹਿੰਦਾ ਚੱਲ ਸਹੀ ਹੈ ਪੁੱਤਰ ਉਹ ਕੁੜੀ ਦੇ ਨੂੰ ਆਹ ਕੱਪੜੇ ਪਾ ਲਵੇ ਤੇ ਸਿਰ ਤੇ ਦੁਪੱਟਾ ਲੈ ਲੈ ਤੇ ਸਾਡੇ ਨਾਲ ਲੱਗੀ ਚੱਲੇ। ਕਹਿੰਦਾ ਮੈਂ ਕਿਹਾ ਠੀਕ ਹੈ ਅਮਾਰੀ। ਕਹਿੰਦੇ ਰੁਪਏ ਤੂੰ ਸਾਡੇ ਨਾਲ ਲੱਗੀ ਚੱਲ। ਕਹਿੰਦਾ ਮੈਂ ਕਿਹਾ ਤੂੰ ਮੈਨੂੰ ਹੱਥ ਸ਼ੱਤ ਨਹੀਂ ਉੱਥੇ ਲਾਣਾ, ਬਿਲਕੁਲ ਕਲਾਵਾ ਨਹੀਂ ਤੂੰ ਮਾਰਨਾ। ਕਹਿੰਦੀ ਠੀਕ ਹੈ ਮੈਂ ਤੈਨੂੰ ਨਾ ਕਲਾਵਾ ਮਾਰਾਂਗੀ ਨਾ ਤੈਨੂੰ ਹੱਥ ਲਾਂਗੀ। ਕਹਿੰਦਾ ਜਿਸ ਵੇਲੇ ਉੱਥੇ ਗਏ ਆ ਤੇ ਮੈਂ ਕਿਹਾ ਜਾ ਕੇ ਜ਼ਨਾਨੀਆਂ ਵਿੱਚ ਤੂੰ ਜਾ ਕੇ ਬਹਿ, ਇੱਧਰ ਜਿਹੜੇ ਮਰਦ ਨੇ ਇਸ ਸਾਈਡ ਤੇ ਤੂੰ ਨਹੀਂ ਆਉਣਾ। ਕਹਿੰਦਾ ਮੈਂ ਜਿਹੜਾ ਮਰਦਾਂ ਵਾਲੀ ਸਾਈਡ ਤੇ ਟੁਰ ਗਿਆ, ਉੱਥੇ ਜਾ ਕੇ ਬਹਿ ਕੇ ਪੜ੍ਹਨਾ ਸ਼ੁਰੂ ਹੋ ਗਿਆ। ਤੁਹਾਨੂੰ ਪਤਾ ਦਾਣੇ ਪਏ ਹੁੰਦੇ ਨੇ ਉਹ ਪੜ੍ਹਦੇ ਨੇ ਲੋਕ। ਕਹਿੰਦਾ ਇਹ ਜਾ ਕੇ ਉਧਰ ਜ਼ਨਾਨੀਆਂ ਵਾਲੀ ਸਾਈਡ ਤੇ ਜਾ ਕੇ ਬਹਿ ਗਈ। ਕਹਿੰਦਾ ਉੱਥੇ ਸਾਰੀਆਂ ਜ਼ਨਾਨੀਆਂ ਇੱਕ ਦੂਜੇ ਦੇ ਗਲੇ ਪੀਆਂ ਲੱਗਦੀਆਂ ਸੀ, ਇਹ ਵੀ ਜਾ ਕੇ ਜ਼ਨਾਨੀਆਂ ਨਾਲ ਉਸੇ ਤਰ੍ਹਾਂ ਗਲੇ ਲੱਗਣ ਲੱਗ ਪਈ। ਕਹਿੰਦਾ ਬੱਚੇ ਉਹ ਸਾਰੇ ਉਹਦੇ ਅੱਗੇ ਪਿੱਛੇ ਹੋ ਗਏ, ਸਾਰੀਆਂ ਜ਼ਨਾਨੀਆਂ ਜਿਹੜੀਆਂ ਇਹਦੇ ਵੱਲ ਤੱਕਦੀਆਂ ਹੀ ਪਈਆਂ ਕਿ ਇਹ ਕੌਣ ਆ ਗਈ ਹੈ। ਕਹਿੰਦਾ ਜਿਹੜਾ ਨਾ ਜ਼ਨਾਨੀਆਂ ਸਾਰੀਆਂ ਦਾਣੇ ਚੁੱਕ ਕੇ ਪੜ੍ਹਨ ਲੱਗੀਆਂ ਸੀ ਤੇ ਇਹ ਵੀ ਇਸ ਤਰ੍ਹਾਂ ਦਾਣੇ ਫੜ ਕੇ ਨਾ ਤੇ ਅੱਗੇ ਪਿੱਛੇ ਪੀ ਕਰਦੀ ਸੀ। ਕਹਿੰਦਾ ਇਤਨੀ ਦੇਰ ਨੂੰ ਉਹਦੀ ਸੱਸ ਆਈ ਆ, ਉਹਨੇ ਆ ਕੇ ਮੈਨੂੰ ਬੁਲਾਇਆ। ਉਹਨੇ ਆਖਿਆ ਪੁੱਤਰ ਇੱਧਰ ਆ, ਤੈਨੂੰ ਅੱਗੇ ਵੀ ਮਨਾ ਕੀਤਾ ਸੀ ਇਹਨੂੰ ਤੂੰ ਨਾ ਲੈ ਕੇ ਆਵੀਂ, ਤੂੰ ਇਹਨੂੰ ਫੇਰ ਲੈ ਕੇ। ਉਹਨੇ ਕਿਹਾ ਹਾਲਾ ਜੀ ਹੁਣ ਕੀ ਹੋਇਆ ਜੇ, ਕੀ ਮਸਲਾ ਹੋ ਗਿਆ। ਉਹ ਜ਼ਿੱਦ ਵੀ ਕਰਦੀ ਸੀ ਕਿ ਮੈਂ ਲਾਜ਼ਮੀ ਜਾਣਾ ਹੈ। ਉਹਨੇ ਨਹੀਂ ਪੁੱਤਰ ਇਹ ਤੇ ਗੱਲ ਠੀਕ ਹੈ ਲੇਕਿਨ ਤੂੰ ਤੱਕ ਨਾ, ਸਾਰੇ ਬੱਚੇ ਉਹਦੇ ਅੱਗੇ ਪਿੱਛੇ ਹੋਏ ਨੇ, ਜ਼ਨਾਨੀਆਂ ਸਾਰੀਆਂ ਉਹਦੇ ਵੱਲ ਤੱਕਣ ਲੱਗੀਆਂ ਨੇ, ਕੋਈ ਪੜਦਾ ਤੇ ਹੈ ਹੀ ਕੋਈ ਨਹੀਂ ਪਿਆ। ਇਹ ਤੇ ਪੁੱਤਰ ਤੂੰ ਸਾਡੇ ਵਾਸਤੇ ਕੋਈ ਮਜ਼ਾਕ ਹੀ ਬਣਾ ਦੇਣਾ। ਕਿ ਹਾਲਾ ਜੀ ਮੈਂ ਮਜ਼ਾਕ ਕਿਉਂ ਬਣਾਉਣਾ, ਮੇਰੀ ਭੈਣ ਦਾ ਘਰ ਉਜੜ ਗਿਆ ਤੇ ਮੈਂ ਇੰਜ ਕੀ ਨਹੀਂ ਕਰ ਸਕਦਾ। ਕਹਿੰਦਾ ਇਤਨੀ ਦੇਰ ਨੂੰ ਮੇਰੀ ਅੰਮੀ ਵੀ ਕੋਲ ਆ ਗਏ। ਅੰਮੀ ਕਹਿੰਦਾ ਭੈਣ ਵਾਕਈ ਜਿਹੜਾ ਬਹੁਤ ਜ਼ਿਆਦਾ ਜ਼ਿੱਦ ਕਰਦੀ ਸੀ ਵੀ ਇਸ ਵਾਸਤੇ ਉਹਨੂੰ ਨਾਲ ਲੈ ਕੇ। ਉਹਨੇ ਆਖਿਆ ਭੈਣ ਉਹ ਤੇ ਗੱਲ ਠੀਕ ਹੈ, ਮਿਹਰਬਾਨੀ ਕਰਕੇ ਇਹਨੂੰ ਘਰ ਛੱਡ ਕੇ। ਉਹ ਕਹਿੰਦਾ ਮੈਂ ਆਖਿਆ ਨਾਲੇ ਤਾਂ ਆਈ ਹੈ ਆ ਕੇ ਮੇਰੀ ਭੈਣ ਦੇ ਬੱਚਿਆਂ ਦੀ ਮਦਦ ਕਰਨਾ ਚਾਹੁੰਦੀ ਹੈ, ਉਹ ਆਂਦੀ ਹੈ ਕਿ ਇਹਨਾਂ ਦੀ ਥੋੜੀ ਬਹੁਤ ਮੈਂ ਮਦਦ ਕਰਨੀ। ਕਹਿੰਦਾ
ਅੰਮੀ ਨਹੀਂ, ਕਹਿੰਦੇ ਪੁੱਤਰ ਤੂੰ ਛੱਡ ਪਰਾਂ ਇਹਨੂੰ, ਆਹ ਚਲਾ ਘਰ ਚਲੀ। ਕਹਿੰਦਾ ਅੰਮੀ ਵੀ ਗੁੱਸਾ ਕਰ ਗਏ, ਕਹਿੰਦਾ ਉਹਦੀ ਮੈਂ ਬਾਹ ਫੜੀ, ਮੈਂ ਕਿਹਾ ਚਲਾ ਚਲੀ। ਕਹਿੰਦੇ ਆ ਹੁਣ ਕੀ ਹੋਇਆ? ਕਹਿੰਦਾ ਮੈਂ ਉਹਨੂੰ ਦੱਸਿਆ ਕਿ ਇੱਥੇ ਦੇ ਬੰਦੇ ਜਿਹੜੇ ਸਾਰੇ ਤੇਰੇ ਵੱਲ ਤੱਕਣ ਲੱਗੇ ਨੇ, ਉਹ ਬਹਿ ਕੇ ਪੜ੍ਹਦੇ ਨਹੀਂ ਹੈ, ਨਾਲੇ ਤੈਨੂੰ ਆਖਦੇ ਨੇ ਕਿ ਤੈਨੂੰ ਪੜ੍ਹਨਾ ਨਹੀਂ ਆਉਂਦਾ, ਕਿਉਂ ਇਸ ਤਰ੍ਹਾਂ ਜਿਹੜਾ ਦਾਣੇ ਰੱਖਣ ਲੱਗੀ ਹੈ। ਕਹਿੰਦਾ ਮੈਂ ਉਹਨੂੰ ਲਿਆ, ਕਹਿੰਦੀ ਆਇਆ ਤੇ ਬੜੀ ਮਾੜੀ ਗੱਲ ਆ, ਕਹਿੰਦਾ ਬਹੁਤ ਜ਼ਿਆਦਾ ਦੁਖੀ ਹੋ ਗਈ। ਕਹਿੰਦਾ ਪਰ ਉਹਨੂੰ ਮੈਂ ਘਰ ਜਾ ਕੇ ਛੱਡਿਆ, ਮੈਂ ਉਹਨੂੰ ਸਮਝਾਇਆ ਕਿ ਕੋਈ ਗੱਲ ਨਹੀਂ ਅਸੀਂ, ਤੂੰ ਨਾ ਪਰੇਸ਼ਾਨ ਹੋ। ਕਹਿੰਦਾ ਸਾਰੇ ਘਰ ਦੇ ਉਹਦੇ ਅੱਗੇ ਪਿੱਛੇ ਹੋ ਗਏ। ਉਹਨੇ ਆਖਿਆ ਤੈਨੂੰ ਪਤਾ ਫੋਤਕੀ ਹੋਵੇ ਤੇ ਇਸ ਤਰ੍ਹਾਂ ਪ੍ਰੋਬਲਮ ਹੁੰਦੀ ਹੈ। ਕਹਿੰਦਾ ਮੇਰੀਆਂ ਭੈਣਾਂ ਨੇ ਵੀ ਬਹੁਤ ਜ਼ਿਆਦਾ ਸਮਝਾਇਆ। ਕਹਿੰਦਾ ਉਹ ਫਿਰ ਥੋੜੀ ਸਮਝ ਗਈ, ਫਿਰ ਈਜ਼ੀ ਹੋ ਗਈ। ਕਹਿੰਦਾ ਪਰ ਸਾਰੇ ਅਸੀਂ ਉਹਨਾਂ ਦਾ ਜਿਹੜਾ ਦਿਲ ਲਾਉਣ ਦੀ ਕੋਸ਼ਿਸ਼ ਕਰ ਰਹੇ ਸਾਂ। ਕਹਿੰਦਾ 3-4 ਦਿਨ ਗੁਜ਼ਰ ਗਏ, ਇਤਨੀ ਦੇਰ ਨੂੰ ਜਿਹੜਾ ਮੇਰੀ ਭੈਣ ਦੀ ਸੱਸ ਹੈ ਉਹਨੇ ਪੈਗਾਮ ਪਹੁੰਚਾਇਆ ਕਿ ਪੁੱਤਰ ਉਹ ਆਂਦੇ ਸੋਨਾ ਪੇ ਗੋਰੀ ਨੇ ਆ ਕੇ ਕੋਈ ਮਦਦ ਸ਼ਦਤ ਕਰਨੀ ਹੈ ਤੇ ਕੀ ਕੋਈ ਮਦਦ ਕਰਨੀ ਹੈ ਸਾਨੂੰ ਦੱਸੋ ਤੇ ਆ ਕੇ ਕੋਈ ਮਦਦ ਕਰ ਜੋ। ਕਹਿੰਦਾ ਜਿਸ ਵੇਲੇ ਮੈਂ ਗੱਲ ਸੁਣੀ ਨਾ, ਕਹਿੰਦਾ ਮੇਰੇ ਜ਼ਿਹਨ 'ਚ ਯਕਦਮ ਆਇਆ, ਮੈਂ ਕਿਹਾ ਦੇਖੋ ਇਹਨਾਂ ਲੋਕਾਂ ਦਾ ਪਹਿਲਾਂ ਇਹਨੂੰ ਉੱਥੇ ਬਹਿਣ ਨਹੀਂ ਸੀ ਦਿੰਦੇ ਪਏ, ਹੁਣ ਪੈਸਿਆਂ ਦਾ ਸੁਣ ਕੇ ਤੇ ਫਟੋਫਟ ਕਹਿੰਦੇ ਨੇ ਕਿ ਪੁੱਤਰ ਕਿਹੜੀ ਮਦਦ ਕਰਨੀ ਜੇ ਆ ਕੇ ਕਰੋ। ਕਹਿੰਦਾ ਅੰਮੀ ਕਹਿੰਦਾ ਪੁੱਤਰ ਹੈ ਹੀ ਆ, ਜਾ ਲੈ ਜਾਸੂ, ਕੋਨੇ ਮਹਿਸੂਸ ਨਾ ਕਰ, ਤੇਰੀ ਭੈਣ ਨੇ ਤੇ ਰਹਿਣਾ ਤੇ ਉੱਥੇ ਹੀ ਹੈ। ਕਹਿੰਦਾ ਮੈਂ ਉਹਨੂੰ ਆਖਿਆ ਚਲਾ ਉੱਥੇ ਚਲੀਏ ਫੋਤਕੀ। ਕਹਿੰਦੀ ਹੁਣ ਮੈਂ ਕਿਉਂ ਜਾਣਾ? ਕਹਿੰਦਾ ਨਹੀਂ ਉੱਥੇ ਜਾ ਕੇ ਮੇਰੀ ਭੈਣ ਦੇ ਬੱਚਿਆਂ ਨੂੰ ਤੂੰ ਜਿਹੜਾ ਮਿਲਣਾ ਨਾ ਉਹ ਜਾ ਕੇ ਮਿਲ ਲਿਆ। ਕਹਿੰਦੇ ਠੀਕ ਹੈ। ਕਹਿੰਦਾ ਅੰਦਰ ਗਈ, ਉਹਨੇ ਆਪਣਾ ਪਰਸ ਲਿਆ, ਕਹਿੰਦਾ ਮੇਰੇ ਨਾਲ ਉੱਥੇ ਟੁਰ ਗਈ, ਨਾਲ ਅਮਾਰਾ ਨੂੰ ਮੈਂ ਉੱਥੇ ਲੈ ਗਿਆ। ਕਹਿੰਦਾ ਜਾ ਕੇ ਬੈਠੇ ਆ, ਚਾਹ ਸ਼ਾਹ ਪੀਤੀ। ਕਹਿੰਦਾ ਬੱਚੇ ਸਾਰੇ ਉੱਥੇ ਸਾਹਮਣੇ ਆ ਕੇ ਬਹਿ ਗਏ, ਉਹਨਾਂ ਨੂੰ ਕਲਾਵੇ ਮਾਰ ਕੇ ਮਿਲਣ ਲੱਗ ਪਈ। ਕਹਿੰਦਾ ਥੋੜੀ ਦੇਰ ਬਾਅਦ ਉਹਨੇ ਪੁੱਛਿਆ ਕਿ ਕਿਹੜੇ ਤੇਰੀ ਭੈਣ ਦੇ ਬੱਚੇ ਨੇ? ਕਹਿੰਦਾ ਦੱਸਿਆ ਮੈਂ ਕਿ ਇਹ ਚਵੇ ਉਹਦੇ ਨੇ। ਕਹਿੰਦਾ ਉਹਨੇ ਫਟੋਫਟ 2-2000 ਯੂਰੋ ਕੱਢ ਕੇ 8000 ਯੂਰੋ ਹਰ ਬੱਚੇ ਨੂੰ ਉਹਨੇ 2-2000 ਯੂਰੋ ਦਿੱਤਾ। ਜਿਸ ਵੇਲੇ ਉਹਨਾਂ ਬੱਚਿਆਂ ਨੇ ਯੂਰੋ ਫੜੇ ਨੇ ਨਾ ਤੇ ਸੱਸ ਭੈਣ ਦੀ ਨੂੰ ਜਿਸ ਵੇਲੇ ਪਤਾ ਲੱਗਾ ਕਿ 1-2000 ਯੂਰੋ ਦੇ ਜਿਹੜਾ 6 ਲੱਖ ਰੁਪਈਆ ਬਣਦਾ, ਉਹ ਯਕਦਮ ਉਹਨੂੰ ਤੇ ਪਸੀਨੇ ਛੁੱਟ ਕੇ ਫਟੋਫਟ ਉੱਠ ਕੇ ਜਾ ਕੇ ਬੱਚਿਆਂ ਕੋਲ ਉਹ ਪੈਸੇ ਫੜਨ ਲੱਗ ਪਈ। ਪੈਸੇ ਫੜੀ ਉਸ ਤੇ ਅੱਗੂ ਗੋਰੀ ਕਹਿੰਦੀ ਹੈ ਕਿ ਇਹ ਪੈਸੇ ਕਿਉਂ ਲੈ ਰਹੀ ਹੈ, ਮਾਂ ਤੇ ਇਹਨਾਂ ਦੀ ਐਬ ਹੈ। ਉਹਨੇ ਆਖਿਆ ਕੋਈ ਮਸਲਾ ਨਹੀਂ, ਸਾਡਾ ਕਲਚਰ ਇਸ ਤਰ੍ਹਾਂ ਦਾ ਹੈ, ਇਹ ਹੀ ਜਿਹੜਾ ਬੱਚਿਆਂ ਨੂੰ ਜਿਹੜਾ ਦੇਖਭਾਲ ਕਰਦੇ ਨੇ ਇਹ ਹੀ ਪੈਸੇ ਲਾਉਂਦੇ ਨੇ, ਇਸ ਵਾਸਤੇ ਸਾਡੇ ਵਾਸਤੇ ਸੇਮ ਹੈ। ਕਿ ਗੋਰੀ ਕਹਿੰਦਾ ਬੜਾ ਮੂੰਹ ਸ਼ੂ ਬਣਾਇਆ, ਲੇਕਿਨ ਖੈਰ ਉਹਨੇ ਕੋਨਾ ਇਗਨੋਰ ਕਰ ਦਿੱਤੀ ਗੱਲ। ਕਹਿੰਦਾ ਮੈਂ ਉਹਨੂੰ ਦੱਸਿਆ ਕਿ ਅੱਗੂ ਵੀ ਜਿਹੜਾ ਇਹ ਸਕੂਲ ਸ਼ੂਲ ਜਾਣਗੇ ਤੇ ਇਹਨਾਂ ਦੇ ਪੈਸੇ ਸ਼ੈਸੇ ਜਿਹੜੇ ਨੇ ਇਹ ਹੀ ਲਾਣਗੇ। ਕਹਿੰਦੇ ਗੋਰੀ ਆਂਦੀ ਹੈ ਕਿ ਨਹੀਂ ਮੈਂ ਚਾਹਾਂਗੀ ਕਿ ਤੂੰ ਬੱਚਿਆਂ ਦਾ ਖਰਚਾ ਤੂੰ ਚੁੱਕ, ਜਿਸ ਵੇਲੇ ਉੱਥੇ ਸਕੂਲ ਜਾਣ ਕਰਨ ਤੇ ਸਾਰੇ ਪੈਸੇ ਤੂੰ ਟੋਰਿਆ ਕਰ। ਕਹਿੰਦਾ ਮੈਂ ਜਿਸ ਵੇਲੇ ਭੈਣ ਨੂੰ ਦੱਸਿਆ, ਭੈਣ ਬਹੁਤ ਜ਼ਿਆਦਾ ਖੁਸ਼ ਹੋਈ। ਕਹਿੰਦੇ ਅੱਗੂ ਵੀ ਤੇਰੀ ਅਸੀਂ ਮਦਦ ਕਰਦੇ ਰਵਾਂ। ਗੋਰੀ ਕਹਿੰਦੀ ਨਾਲੇ ਤੇਰਾ ਮੈਂ ਵੀਜ਼ਾ ਵੀ ਅਪਲਾਈ ਕਰਾਂਗੀ, ਤੈਨੂੰ ਬਾਹਰ ਜ਼ਰੂਰ ਬੁਲਾਵਾਂਗੀ। ਕਹਿੰਦਾ ਬੜੀ ਖੁਸ਼ ਹੋ ਗਈ। ਕਹਿੰਦਾ ਪਰ ਉੱਥੋਂ ਮਿਲ ਗਿਲ ਕੇ ਤੇ ਆ ਗਏ। ਕਹਿੰਦਾ ਜਿਸ ਵੇਲੇ ਘਰ ਆਏ, ਘਰ ਆ ਕੇ ਮੈਂ ਅੰਮਾ ਨੂੰ ਆਖਿਆ, ਮੈਂ ਆਖਿਆ ਅੰਮਾ ਜੀ ਦੇਖੇ ਪੈਸੇ ਦੀ ਕਿਤਨੀ ਕਦਰ ਹੈ। ਪਹਿਲਾਂ ਜਿਸ ਵੇਲੇ ਫੋਤਕੀ ਸੀ ਉਸ ਵੇਲੇ ਇਹਨੂੰ ਮੂੰਹ ਲਾ ਕੇ ਰਾਜ਼ੀ ਨਹੀਂ ਸੀ, ਜੋ ਹੀ ਪੈਸੇ ਫੜਾਏ ਨੇ ਫਟਫਟ ਝਰੱਠ ਮਾਰ ਕੇ ਤੇ ਨਾ ਪੈਸੇ ਲੈ ਲਏ ਨੇ। ਉਸ ਵੇਲੇ ਤੇ ਇਹਨਾਂ ਨਹੀਂ ਮਹਿਸੂਸ ਕੀਤਾ ਕਿ ਗੋਰੀ ਹੈ ਤੇ ਸਾਡੇ ਕੋਲ ਕਿਉਂ ਆ ਕੇ ਬੈਠੀ ਹੈ। ਕਹਿੰਦਾ ਪੁੱਤਰ ਇਹੀ ਗੱਲ ਹੈ, ਇੱਥੇ ਦਾ ਕਲਚਰ ਜੇ ਇਸ ਤਰ੍ਹਾਂ ਦਾ। ਚੱਲ ਕੋਈ ਨਹੀਂ ਪੁੱਤਰ ਤੂੰ ਛੱਡ ਪਰਾਂ ਇਹਨਾਂ ਗੱਲਾਂ ਨੂੰ, ਛੱਡ ਤੂੰ ਹੋਏ ਬਸ ਇਹ ਗੱਲ ਖਤਮ ਹੋ ਗਈ। ਕਹਿੰਦਾ ਫਿਰ ਉੱਥੇ ਰਹੇ 10-15 ਦਿਨ ਤੇ ਫਿਰ ਉਹਨੂੰ ਮੈਂ ਲੈ ਕੇ ਵਾਪਸ ਆ ਗਿਆ। ਉਹ ਬੜੀ ਖੁਸ਼ ਹੋਈ, ਲੇਕਿਨ ਕਹਿੰਦੀ ਮੈਨੂੰ ਇਸ ਚੀਜ਼ ਦਾ ਅਫਸੋਸ ਹੋਇਆ ਕਿ ਉਹਨਾਂ ਮੈਨੂੰ ਉੱਤੇ ਜਿਹੜਾ ਉਸੇ ਫੋਤਕੀ ਹੈ ਉਹਦੇ ਜਿਹੜਾ ਮੈਨੂੰ ਮੁਕੰਮਲ ਉਹਨਾਂ ਸ਼ਾਮਲ ਨਹੀਂ ਹੋਣਾ ਦਿੱਤਾ। ਕਹਿੰਦਾ ਮੈਂ ਕਿਹਾ ਚੱਲ ਕੋਈ ਨਹੀਂ ਹੈ ਰਹੀ ਹੈ, ਤੂੰ ਬੜੀ ਅੱਛੀ ਹੈ, ਸਾਰੇ ਤੇਰੀਆਂ ਤਾਰੀਫਾਂ ਕਰਦੇ ਨੇ, ਤੂੰ ਇਸ ਤਰ੍ਹਾਂ ਦੀਆਂ ਗੱਲਾਂ ਮਹਿਸੂਸ ਨਾ ਕਰਿਆ ਕਰ। ਕਹਿੰਦਾ ਪਰ ਉਹਦਾ ਮੈਂ ਦਿਲ ਅੱਗੇ ਪਿੱਛੇ ਕਰ ਦਿੱਤਾ। ਬਾਕੀ ਇਹ ਹੈ ਕਿ ਬਹੁਤ ਅੱਛੀ ਹੈ, ਕਹਿੰਦਾ ਇਹ ਮੈਂ ਉਹਦੇ ਨਾਲ ਰਹਿ ਰਿਹਾ, ਬਹੁਤ ਜ਼ਿਆਦਾ ਮੈਂ ਉਹਨੂੰ ਪਿਆਰ ਕਰਨਾ ਤੇ ਅਗਰ ਗੋਰੀ ਤੁਹਾਡੇ ਨਾਲ ਪਿਆਰ ਕਰਦੀ ਹੈ ਤਾਂ ਤੁਸੀਂ ਵੀ ਪਿਆਰ ਕਰੋ। ਬਾਕੀ ਇਹ ਹੈ ਕਿ ਮੇਰੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਵੇ ਤਾਂ ਲਾਈਕ ਕਰਿਆ ਕਰੋ, ਕਮੈਂਟਸ ਕਰਿਆ ਕਰੋ, ਸਬਸਕ੍ਰਾਈਬ ਕਰ ਦਿਓ ਤੇ ਦਿਲ ਖੁਸ਼ ਹੁੰਦਾ। ਬਾਕੀ ਦੁਆਵਾਂ 'ਚ ਯਾਦ ਰੱਖਿਆ ਕਰੋ, ਆਪਣੀ ਸਿਹਤ ਦਾ ਖਿਆਲ ਰੱਖਿਆ ਕਰੋ, ਸਿਹਤ ਹੈ ਤੇ ਸਭ ਕੁਝ ਹੈ। ਅੱਲਾ ਹਾਫਿਜ਼।